Hello, dear students. Today we will start our new lesson, The Making of Earth. ਧਰਤੀ ਦਾ ਨਿਰਮਾਣ, ਧਰਤੀ ਦਾ ਬਣਨਾ। ਲੈਸਨ ਆਪਾਂ ਸ਼ੁਰੂ ਕਰਾਂਗੇ। ਤਾਂ ਸਭ ਤੋਂ ਪਹਿਲਾਂ ਦੇਖੋ, ਜਵਾਹਰ ਲਾਲ ਨਹਿਰੂ ਵਾਜ਼ ਆ ਪ੍ਰੋਲਿਫਿਕ ਪ੍ਰੋਲਿਫਿਕ ਹੁੰਦਾ ਬਈ ਬਿਗ, ਬਹੁਤ ਵੱਡਾ ਜਾਂ ਬਹੁਤ ਸਰਜਕ ਰਾਈਟਰ, ਲੇਖਕ। ਜਵਾਹਰ ਲਾਲ ਨਹਿਰੂ ਇੱਕ ਬਹੁਤ ਸਰਜਕ ਲੇਖਕ ਸੀ। ਠੀਕ ਹੈ ਬਈ। ਉਹਨਾਂ ਦਾ ਜਨਮ 1889 ਦੇ ਵਿੱਚ ਹੋਇਆ ਅਤੇ ਉਹਨਾਂ ਦੀ ਡੈਥ ਸੀ ਜਿਹੜੀ 1964 ਦੇ ਵਿੱਚ ਹੋਈ। ਹੀ ਵਾਸ ਐਨ ਓਰੀਜਨਲ ਥਿੰਕਰ ਐਂਡ ਹੈਡ ਗ੍ਰੇਟ ਇਨਸਾਈਟ। ਠੀਕ ਹੈ ਵੀ, ਉਹ ਇੱਕ ਮੌਲਿਕ ਅਤੇ ਡੂੰਘੀ ਵਿਚਾਰਧਾਰਾ ਵਾਲਾ ਵਿਅਕਤੀ ਸੀ। ਠੀਕ ਹੈ। ਹਿਜ਼ ਫੇਮਸ ਮਤਲਬ ਮਸ਼ਹੂਰ ਬਈ, ਬੁੱਕਸ ਆਰ ਗਲਿਪਸ ਆਫ ਵਰਲਡ ਹਿਸਟਰੀ ਐਂਡ ਡਿਸਕਵਰੀ ਆਫ ਇੰਡੀਆ। ਉਹਦੀਆਂ ਜਿਹੜੀਆਂ ਮਸ਼ਹੂਰ ਕਿਤਾਬਾਂ ਸੀਗੀਆਂ, ਇੱਕ ਤਾਂ ਸੀਗੀ ਵੀ ਵਿਸ਼ਵ ਦੇ ਇਤਿਹਾਸ ਦੀ ਝਲਕ, ਗਲਿਪਸ ਮਤਲਬ ਝਲਕ, ਵਿਸ਼ਵ ਦੇ ਇਤਿਹਾਸ ਦੀ ਝਲਕ, ਐਂਡ ਡਿਸਕਵਰੀ ਆਫ ਇੰਡੀਆ, ਅਤੇ ਭਾਰਤ ਦੀ ਖੋਜ। ਤਾਂ ਦਿਸ ਸਮॉल ਪੀਸ is an extract from Nehru's letter from a father to his daughter, which he wrote to his daughter Indira in the summer of 1928 when she was at ਮਸੂਰੀ। ਇਹ ਛੋਟਾ ਜਿਹਾ ਟੁਕੜਾ ਹੈ ਜਿਹੜਾ ਨਹਿਰੂ ਦੀ ਪੁਸਤਕ ਹੈ, ਪਿਤਾ ਦੁਆਰਾ ਧੀ ਨੂੰ ਭੇਜੇ ਪੱਤਰ ਦਾ ਅੰਸ਼ ਹੈ ਬਈ। ਠੀਕ ਹੈ, ਉਹਦਾ ਅੰਸ਼ ਹੈ, ਪਾਰਟ ਹੈ ਉਹਦਾ। ਤੇ ਜਿਹੜਾ ਕਿ ਉਸਨੇ ਆਪਣੀ ਪੁੱਤਰੀ ਇੰਦਰਾ ਨੂੰ 1928 ਦੀਆਂ ਗਰਮੀਆਂ ਵਿੱਚ ਲਿਖੇ ਜਦੋਂ ਕਿ ਉਹ ਮਸੂਰੀ ਵਿੱਚ ਸੀ। ਇੰਦਰਾ ਜਿਹੜੀ ਸੀ ਮਸੂਰੀ ਵਿੱਚ ਸੀ ਜਦੋਂ ਉਹਨੇ ਉਹ ਚਿੱਠੀਆਂ ਲਿਖੀਆਂ। ਦਿਸ ਬੰਚ ਆਫ 30 letters contain essential fact of evolution of man, beginning from the making of the earth to the great age of Ramayana and Mahabharata। ਠੀਕ ਹੈ ਬਈ। ਕੀ ਕਹਿੰਦਾ ਬਈ, ਇਹਨਾਂ 30 ਖੱਤਾਂ ਦੇ ਸਮੂਹ, 30 ਖੱਤ ਨੇ ਇਹ, ਬੰਚ ਆਫ 30। ਬੰਚ ਮਤਲਬ ਹੁੰਦਾ ਹੈ ਇਕੱਠ ਲਾ ਲਓ ਜਾਂ ਇੱਕ ਗੁੱਛਾ ਲਾ ਲਓ। ਜਿਹੜਾ 30 ਚਿੱਠੀਆਂ ਦਾ ਇੱਕ ਗੁੱਛਾ ਹੈ, ਇਹ ਮਨੁੱਖ ਦੇ ਵਿਕਾਸ ਬਾਰੇ ਜ਼ਰੂਰੀ ਤੱਥ ਦਿੱਤੇ ਹਨ। ਠੀਕ ਹੈ, ਬਾਰੇ ਬਹੁਤ ਜ਼ਰੂਰੀ ਤੱਥ ਦਿੱਤੇ ਆ ਮਨੁੱਖ ਦੇ ਵਿਕਾਸ ਬਾਰੇ। ਠੀਕ ਹੈ ਬਈ। ਪ੍ਰਿਥਵੀ ਦੀ ਬਣਤਰ ਤੋਂ ਲੈ ਕੇ ਰਮਾਇਣ ਅਤੇ ਮਹਾਭਾਰਤ ਦੇ ਮਹਾਨ ਕਾਲ ਤੱਕ। ਠੀਕ ਹੈ ਬਈ। ਐਵੋਲੂਸ਼ਨ ਮਤਲਬ ਹੁੰਦਾ ਹੈ ਵਿਕਾਸ ਬਾਰੇ, ਐਵੋਲੂਸ਼ਨ ਮਤਲਬ ਵਿਕਾਸ। ਠੀਕ ਹੈ। ਬਿਗਨਿੰਗ, ਮੇਕਿੰਗ ਆਫ ਦਾ ਅਰਥ, ਧਰਤੀ ਦੀ ਬਣਨ ਤੋਂ ਬਾਅਦ, ਅਤੇ ਗ੍ਰੇਟ ਏਜ ਆਫ ਰਮਾਇਣਾ ਐਂਡ ਮਹਾਭਾਰਤਾ। ਠੀਕ ਹੈ ਬਈ। ਅੱਗੇ ਦੇਖੋ, ਹਾਂਜੀ। ਇਨ ਦਿਸ ਲੈਟਰ ਨਹਿਰੂ ਬਿਗਨਸ by defining the solar system to which
ਆਵਰ ਅਰਥ ਬਿਲੋਂਗਸ। ਤਾਂ ਇਸ ਚਿੱਠੀ ਵਿੱਚ ਨਹਿਰੂ ਸੌਰ ਮੰਡਲ ਸੋਲਰ ਸਿਸਟਮ ਦੀ ਪਰਿਭਾਸ਼ਾ ਤੋਂ ਸ਼ੁਰੂ ਕਰਦਾ ਹੈ, ਠੀਕ ਹੈ ਬਈ, ਜਿਹਦਾ ਸਾਡੀ ਪ੍ਰਿਥਵੀ ਇੱਕ ਹਿੱਸਾ ਹੈ, ਠੀਕ ਹੈ। ਵਿੱਚ ਆਵਰ ਅਰਥ ਬਿਲੋਂਗਸ ਮਤਲਬ ਸਾਡੀ ਧਰਤੀ ਜਿਹੜੀ ਚੀਜ਼ ਨੂੰ ਬਿਲੋਂਗ ਕਰਦੀ ਹੈ ਜਾਂ ਜਿਹੜੀ ਹਿੱਸਾ ਹੈ। ਹੀ ਗੋਜ਼ ਔਨ ਟੂ ਡਿਫਰੈਂਸ਼ੀਏਟ ਬਿਟਵੀਨ ਅ ਪਲਾਨਟ ਐਂਡ ਅ ਸਟਾਰ, ਠੀਕ ਹੈ ਬਈ। ਉਹ ਇੱਕ ਗ੍ਰਹਿ ਅਤੇ ਤਾਰੇ ਬਾਰੇ, ਸਟਾਰ ਬਾਰੇ, ਪਲਾਨਟ ਅਤੇ ਸਟਾਰ ਬਾਰੇ ਫਰਕ ਦੱਸਦਾ ਹੈ, ਠੀਕ ਹੈ ਬਈ। ਹੀ ਲੇਟਰ ਟਾਕਸ ਆਫ ਦ ਬ੍ਰੇਕਿੰਗ ਅਵੇ ਆਫ ਦ ਅਰਥ ਫਰੋਮ ਦ ਸਨ। ਬਾਅਦ ਵਿੱਚ ਹੀ ਲੇਟਰ ਮਤਲਬ ਬਾਅਦ 'ਚ ਬਈ, ਬਾਅਦ ਵਿੱਚ ਸੂਰਜ ਤੋਂ ਅਲੱਗ ਹੋਈ ਪ੍ਰਿਥਵੀ ਬਾਰੇ, ਠੀਕ ਹੈ। ਦ ਬ੍ਰੇਕਿੰਗ ਕੀ ਹੈ, ਦ ਸਨ ਦ ਬ੍ਰੇਕਿੰਗ ਅਵੇ ਆਫ ਦ ਮੂਨ ਫਰੋਮ ਦ ਅਰਥ, ਅਤੇ ਪ੍ਰਿਥਵੀ ਤੋਂ ਅਲੱਗ ਹੋਏ ਚੰਦਰਮਾ ਬਾਰੇ। ਦ ਗ੍ਰੈਜੂਅਲ ਕੂਲਿੰਗ ਆਫ ਦ ਅਰਥ ਐਂਡ ਮੂਨ, ਠੀਕ ਹੈ ਜੀ। ਅੱਗੇ ਹੈਗਾ ਬੇਟਾ ਪ੍ਰਿਥਵੀ ਅਤੇ ਚੰਦਰਮਾ ਦਾ ਹੌਲੀ ਹੌਲੀ ਠੰਡੇ ਹੋਣਾ, ਠੀਕ ਹੈ ਵੀ। ਗ੍ਰੈਜੂਅਲ ਲਗਾਤਾਰ ਹੌਲੀ ਹੌਲੀ ਠੰਡਾ ਹੋਣਾ। ਦ ਕੰਡਨਸੇਸ਼ਨ ਆਫ ਵੇਪਰਸ ਔਨ ਦ ਸਰਫੇਸ ਆਫ ਅਰਥ ਐਂਡ ਦ ਫਾਰਮੇਸ਼ਨ ਆਫ ਦ ਗ੍ਰੇਟ ਓਸ਼ੀਅਨ। ਅੱਛਾ, ਉਹ ਹੈਗਾ ਵੀ ਕੀ ਹੈ, ਦ ਕੰਡਨਸੇਸ਼ਨ ਹੁੰਦਾ ਹੈ ਭਾਫ਼ ਦਾ ਜਮਣਾ। ਪ੍ਰਿਥਵੀ ਦੇ ਤਲ ਉੱਪਰ ਭਾਫ਼ ਦਾ ਜਮਣਾ ਤੇ ਮਹਾਨ ਮਹਾਸਾਗਰਾਂ ਦੇ ਹੋਂਦ ਵਿੱਚ ਆਉਣ ਬਾਰੇ ਗੱਲਾਂ ਕਰਦਾ ਹੈ। ਫਾਰਮੇਸ਼ਨ ਆਫ ਦ ਗ੍ਰੇਟ ਓਸ਼ੀਅਨ, ਹੋਂਦ 'ਚ ਆਉਣਾ, ਬਣਨਾ, ਠੀਕ ਹੈ ਬਈ। ਉਹਦੇ ਬਾਰੇ ਕੀ ਕਰਦਾ, ਉਹ ਗੱਲਾਂ ਕਰਦਾ ਹੈ, ਠੀਕ ਹੈ ਬਈ। ਅੱਗੇ ਦੇਖੋ, ਹਾਂਜੀ। ਯੂ ਨੋ that the earth goes round the sun and the moon goes round the earth। ਤੂੰ ਜਾਣਦੀ ਹੈ ਕਿ ਪ੍ਰਿਥਵੀ ਧਰਤੀ ਦੇ ਦੁਆਲੇ ਚੱਕਰ ਕੱਟਦੀ ਹੈ ਤੇ ਚੰਦਰਮਾ ਧਰਤੀ ਦੁਆਲੇ ਚੱਕਰ ਕੱਟਦੀ ਹੈ। ਯੂ ਨੋ ਆਲਸੋ ਪਰਹੈਪਸ, ਤੂੰ ਸ਼ਾਇਦ ਇਹ ਵੀ ਜਾਣਦੀ ਹੈ ਜਾਂ ਇਹ ਵੀ ਤੈਨੂੰ ਪਤਾ ਹੋਊਗਾ। ਦ ਸੈਵਰਲ ਅਦਰ ਬੋਡੀਜ਼ ਵਿਚ ਲਾਈਕ ਦਾ ਅਰਥ ਗੋਜ਼ ਰਾਊਂਡ ਦਾ ਸਨ, ਠੀਕ ਹੈ ਵੀ। ਉਹ ਕਹਿੰਦਾ ਵੀ ਕਈ ਹੋਰ ਗ੍ਰਹਿ ਵੀ ਨੇ ਜਿਹੜੇ ਪ੍ਰਿਥਵੀ ਦੀ ਤਰ੍ਹਾਂ, ਠੀਕ ਹੈ ਬਈ, ਲਾਈਕ ਦਾ ਅਰਥ ਪ੍ਰਿਥਵੀ ਦੀ ਤਰ੍ਹਾਂ ਸੂਰਜ ਦੁਆਲੇ ਚੱਕਰ ਲਾਉਂਦੇ ਆ, ਚੱਕਰ ਕੱਟਦੇ ਆ। ਆਲ ਦੀਜ਼ ਇਨਕਲੂਡਿੰਗ ਆਵਰ ਅਰਥ ਆਰ ਕਾਲਡ ਪਲਾਨਟ ਆਫ ਦਾ ਸਨ, ਠੀਕ ਹੈ ਬਈ। ਸਾਡੀ ਪ੍ਰਿਥਵੀ ਸਮੇਤ, ਠੀਕ ਹੈ, ਸਾਡੀ ਇਨਕਲੂਡਿੰਗ ਆਵਰ ਅਰਥ, ਸਾਡੀ ਪ੍ਰਿਥਵੀ ਸਮੇਤ ਇਹਨਾਂ ਸਾਰਿਆਂ ਨੂੰ ਸੂਰਜ ਦੇ ਗ੍ਰਹਿ ਕਿਹਾ ਜਾਂਦਾ ਹੈ। ਦ ਮੂਨ ਇਜ਼ ਕਾਲਡ ਦ ਸੈਟੇਲਾਈਟ ਆਫ ਦ ਅਰਥ ਬਿਕੋਜ਼ ਇਟ ਹੈਂਗਸ ਟੂ ਇਟ। ਚੰਦਰਮਾ ਨੂੰ ਪ੍ਰਿਥਵੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ। ਸੈਟੇਲਾਈਟ ਦਾ ਮਤਲਬ ਹੁੰਦਾ ਉਪਗ੍ਰਹਿ, ਠੀਕ ਹੈ ਵੀ, ਕਿਉਂਕਿ ਇਹ ਇਹਦੇ ਨਾਲ ਚਿੰਬੜਿਆ ਰਹਿੰਦਾ ਹੈ, ਠੀਕ ਹੈ ਵੀ। ਇਹਦੇ ਨਾਲ ਹੀ ਰਹਿੰਦਾ ਹੈ, ਇਹਦੇ ਆਲੇ ਦੁਆਲੇ ਗੇੜੇ ਮਾਰਦਾ, ਇਹ ਚੱਕਰ ਲਾਉਂਦਾ, ਠੀਕ ਹੈ ਬਈ।
The other planets have also got their satellites. ਦੂਜੇ ਗ੍ਰਹਿਆਂ ਦੇ ਵੀ ਆਪਣੇ ਉਪਗ੍ਰਹਿ ਹਨ। ਦਾ ਅਦਰ ਪਲਾਨਟ ਦੂਜੇ ਜਿਹੜੇ ਗ੍ਰਹਿ ਨੇ ਪ੍ਰਿਥਵੀ ਤੋਂ ਬਗੈਰ ਉਹਨਾਂ ਦੇ ਵੀ ਉਪਗ੍ਰਹਿ ਹਨ। ਠੀਕ ਹੈ ਬਈ। ਫਿਰ ਕੀ ਕਹਿੰਦਾ ਹੈ, ਦ ਸਨ ਐਂਡ ਦ planets with their satellite forms happy family। ਸੂਰਜ, ਗ੍ਰਹਿ ਅਤੇ ਉਹਨਾਂ ਦੇ ਦੂਸਰੇ ਉਪਗ੍ਰਹਿ ਮਿਲ ਕੇ ਇੱਕ ਪ੍ਰਸੰਨ ਪਰਿਵਾਰ ਬਣਾਉਂਦੇ ਹਨ। ਹੈਪੀ ਫੈਮਿਲੀ ਸਨ ਹੈ, ਠੀਕ ਹੈ, ਪਲਾਨਟ ਨੇ ਅਤੇ ਉਹਨਾਂ ਦੇ ਜਿਹੜੇ ਹੈਗੇ ਨੇ ਸੈਟੇਲਾਈਟ ਨੇ ਉਹ ਕੀ ਬਣਾਉਂਦੇ ਨੇ ਬਈ, ਹੈਪੀ ਫੈਮਿਲੀ ਬਣਾਉਂਦੇ ਹੈ। ਦਿਸ ਇਜ਼ ਕਾਲਡ ਦ ਸੋਲਰ ਸਿਸਟਮ। ਇਸ ਨੂੰ ਸੌਰ ਮੰਡਲ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਹੈ ਬਈ, ਸੌਰ ਮੰਡਲ ਕਿਹਾ ਜਾਂਦਾ ਹੈ। ਠੀਕ ਹੈ। ਸੋਲਰ ਮੀਨਸ ਬਿਲੋਂਗਿੰਗ ਟੂ ਦਾ ਸਨ। ਸੋਲਰ ਦਾ ਅਰਥ ਹੈ ਸੂਰਜ ਨਾਲ ਸੰਬੰਧਿਤ, ਬਿਲੋਂਗਿੰਗ ਟੂ ਦਾ ਸਨ ਸੂਰਜ ਨਾਲ ਸੰਬੰਧਿਤ। ਐਂਡ ਦਾ ਸਨ ਬੀਇੰਗ ਦਾ ਫਾਦਰ ਆਫ all the planets, the whole group is called the solar system। ठीक है बई। ਜਿਹੜਾ ਸੂਰਜ ਹੈ, ਦਾ ਸਨ ਬੀਇੰਗ ਦਾ ਫਾਦਰ ਆਫ ਆਲ ਦਾ ਪਲਾਨਟ, ਜਾਣੀ ਇਹਨਾਂ ਸਾਰਿਆਂ ਦਾ ਪਿਤਾ ਹੈ, ਇਹਨਾਂ ਸਾਰਿਆਂ ਦਾ ਪਿਤਾ ਹੈ। ਠੀਕ ਹੈ। ਅਤੇ ਇਸ ਲਈ ਸਾਰੇ ਸਮੂਹ ਨੂੰ ਸੋਲਰ ਸਿਸਟਮ ਕਿਹਾ ਜਾਂਦਾ ਹੈ, ਕਿਉਂਕਿ ਸਾਰੇ ਜਿਹੜੇ ਗ੍ਰਹਿ ਉਪਗ੍ਰਹਿ ਨੇ ਇਹ ਤੋਂ ਪੈਦਾ ਹੋਏ ਨੇ, ਇਸ ਕਰਕੇ ਇਹਨੂੰ ਫਾਦਰ ਆਫ ਸੋਲਰ ਸਿਸਟਮ ਕਿਹਾ ਜਾਂਦਾ ਹੈ। ਠੀਕ ਹੈ ਬਈ। ਅਤੇ ਫਾਦਰ ਆਫ ਸੋਲਰ ਸਿਸਟਮ ਅਤੇ ਇਹਦੇ ਨਾਂ ਦੇ ਪਿੱਛੇ ਇਹਦਾ ਨਾਂ ਸੋਲਰ ਸਿਸਟਮ ਕਿਹਾ ਜਾਂਦਾ ਇਹਨੂੰ। ਠੀਕ ਹੈ ਬੇਟਾ, ਅੱਗੇ ਦੇਖੋ। ਹਾਂਜੀ। ਐਟ ਨਾਈਟ, ਰਾਤ ਵੇਲੇ, you see thousands of stars in the sky। ਰਾਤ ਨੂੰ ਆਕਾਸ਼ ਵਿੱਚ, ਠੀਕ ਹੈ, you see ਤੂੰ ਦੇਖਦੀ ਹੈ, ਹਜ਼ਾਰਾਂ ਤਾਰੇ ਦੇਖਦੀ ਹੈ, ਹਜ਼ਾਰਾਂ ਤਾਰੇ ਨਜ਼ਰ ਆਉਂਦੇ ਆ ਸਾਨੂੰ। only a few of these are the planets, these are really not called star at all। ਠੀਕ ਹੈ ਬਈ। ਇਹਨਾਂ ਵਿੱਚੋਂ ਜਿਹੜੇ ਕੁਝ ਨੇ, ਓਨਲੀ ਅ ਫਿਊ, ਕੁਝ ਨੇ, ਕੀ ਨੇ, ਗ੍ਰਹਿ ਨੇ, ਅਤੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਰੀਅਲੀ ਨੋਟ ਕਾਲਡ ਸਟਾਰਸ, ਇਹਨਾਂ ਨੂੰ ਅਸਲ ਵਿੱਚ ਤਾਰੇ ਨਹੀਂ ਕਿਹਾ ਜਾਂਦਾ। ਠੀਕ ਹੈ। ਕੈਨ ਯੂ ਡਿਸਟਿੰਗੁਇਸ਼ ਬਿਟਵੀਨ, ਡਿਸਟਿੰਗੁਇਸ਼ ਮਤਲਬ ਫਰਕ ਕਰਨਾ ਬਈ, ਬਿਟਵੀਨ ਪਲਾਨਟ ਐਂਡ ਸਟਾਰ। ਕੀ ਤੂੰ ਇੱਕ ਗ੍ਰਹਿ ਅਤੇ ਤਾਰੇ ਵਿੱਚ ਫਰਕ ਦੱਸ ਸਕਦੀ ਹੈ? ਦਾ ਪਲਾਨਟਸ, ਦੇਖੋ ਅੱਗੇ, ਰੀਅਲੀ ਕੁਆਇਟ ਟੈਨੀ। ਜਿਹੜੇ ਪਲਾਨਟਸ ਨੇ ਬਈ ਉਹ ਬਹੁਤ ਕੀ ਨੇ, ਛੋਟੇ ਨੇ, ਬਹੁਤ ਛੋਟੇ ਨੇ। ਲਾਈਕ ਆਵਰ ਅਰਥ, ਸਾਡੀ ਧਰਤੀ ਦੀ ਤਰ੍ਹਾਂ। ਕੰਪੇਅਰ ਟੂ ਦਾ ਸਟਾਰ, ਜੇ ਸਟਾਰ ਦੇ ਕੰਪੇਅਰ ਦੇ ਉਹਦੇ ਵਿੱਚ ਬਹੁਤ ਜ਼ਿਆਦਾ ਛੋਟੇ ਨੇ। ਵਟ ਦੇ ਲੁੱਕ ਬਿੱਗਰ ਇਨ ਦਾ ਸਕਾਈ, ਪਰ ਆਕਾਸ਼ ਦੇ ਵਿੱਚ ਬਹੁਤ ਵੱਡੇ ਲੱਗਦੇ ਨੇ। ਬਿੱਗਰ ਇਨ ਦਾ ਸਕਾਈ ਬਿਕੋਜ਼ ਦੇ ਆਰ ਮੱਚ ਨੀਅਰ ਟੂ ਅਸ, ਕਿਉਂਕਿ ਉਹ ਬਹੁਤ ਜ਼ਿਆਦਾ ਸਾਡੇ ਕੀ ਨੇ, ਨੇੜੇ ਨੇ, ਨਜ਼ਦੀਕ ਨੇ। ਠੀਕ ਹੈ ਬਈ। ਜਸਟ ਐਜ਼ ਦਾ ਮੂਨ ਵਿਚ ਇਜ਼ ਇਨ ਰੀਅਲਟੀ ਕੁਆਇਟ ਅ ਬੇਬੀ, quite a baby
ਜਸਟ ਐਜ਼ ਦਾ ਮੂਨ ਦੀ ਤਰ੍ਹਾਂ ਵਿਚ ਇਜ਼ ਇਨ ਰੀਅਲਟੀ ਕੁਆਇਟ ਅ ਬੇਬੀ, ਬਹੁਤ ਛੋਟਾ ਹੈ। ਲੁਕਸ ਸੋ ਬਿਗ, ਲੱਗਦਾ ਬਹੁਤ ਵੱਡਾ ਹੈ। ਬਿਕਾਊਜ਼ ਇਟ ਇਜ਼ ਕੁਆਇਟ ਨੀਅਰ ਟੂ ਅਸ, ਕਿਉਂਕਿ ਇਹ ਸਾਡੇ ਬਹੁਤ ਜ਼ਿਆਦਾ ਕੀ ਹੈ ਬਈ, ਨੇੜੇ ਹੈ, ਬਹੁਤ ਜ਼ਿਆਦਾ ਨੇੜੇ ਹੈ। ਠੀਕ ਹੈ, ਬਹੁਤ ਜ਼ਿਆਦਾ ਨੇੜੇ ਹੈ। ਵਟ the real way to distinguish the star from the planets is to see if they twinkle or not, if they twinkle or not। ਪਰ ਗ੍ਰਹਿਆਂ ਨਾਲੋਂ ਤਾਰਿਆਂ ਵਿੱਚ ਫਰਕ ਕਰਨ ਲਈ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਟਵਿੰਕਲ ਕਰਦੇ ਨੇ ਕਿ ਨਹੀਂ। ਟਵਿੰਕਲ ਮਤਲਬ ਟਿਮਾਉਂਦੇ ਹਨ ਕਿ ਨਹੀਂ। ਸਟਾਰ ਟਵਿੰਕਲ ਨੇ, ਕਰਦੇ ਨੇ। ਪਲਾਨਟ ਡੂ ਨਾਟ, ਪਰ ਪਲਾਨਟ ਟਵਿੰਕਲ ਨਹੀਂ ਕਰਦੇ ਹੈਗੇ। ਦੈਟ ਇਜ਼ ਬਿਕਾਊਜ਼ ਦ ਪਲਾਨਟਸ ਓਨਲੀ ਸ਼ਾਈਨ ਬਿਕਾਊਜ਼ ਦੇ ਗੈਟ ਦ ਲਾਈਟ ਫਰੋਮ ਦ ਸਨ। ਠੀਕ ਹੈ ਬਈ, ਕਿਉਂਕਿ ਇਹ ਇਸ ਕਰਕੇ ਹੈ ਵੀ ਗ੍ਰਹਿ ਚਮਕਦੇ ਨੇ ਕਿਉਂਕਿ ਉਹ ਸੂਰਜ ਤੋਂ ਰੋਸ਼ਨੀ ਲੈਂਦੇ ਨੇ। ਠੀਕ ਹੈ ਬਈ, ਇਟ ਇਜ਼ ਓਨਲੀ ਦ ਸਨਸ਼ਾਈਨ ਔਨ ਦ ਪਲਾਨਟ ਔਰ ਦ ਮੂਨ ਦੈਟ ਵੀ ਸੀ। ਠੀਕ ਹੈ ਬਈ, ਕੀ ਕਹਿੰਦਾ ਹੈ, ਇਹ ਜਿਹੜਾ ਗ੍ਰਹਿ ਨੇ ਬਈ ਜਾਂ ਚੰਦਰਮਾ ਹੈ, ਇਹ ਜਿਹੜੀ ਸੂਰਜ ਦੀ ਚਮਕ ਹੈ, ਜਿਹੜੀ ਅਸੀਂ ਦੇਖਦੇ ਹਾਂ, ਜਿਹੜੇ ਆਪਾਂ ਕਹਿੰਦੇ ਹਾਂ ਵੀ ਸੂਰਜ ਚਮਕਦਾ ਹੈ ਜਾਂ ਗ੍ਰਹਿ ਦਿਖਦੇ ਨੇ, ਤਾਂ ਉਹ ਸੂਰਜ ਦੀ ਰੌਸ਼ਨੀ ਦੇਖਦੇ ਹਾਂ ਅਸੀਂ। ਠੀਕ ਹੈ, ਦ ਰੀਅਲ ਸਟਾਰਸ ਲਾਈਕ ਆਵਰ ਸਨ, ਅਸਲੀ ਤਾਰੇ ਨੇ ਜਿਹੜੇ ਉਹ ਸਾਡੀ ਸੂਰਜ ਦੀ ਤਰ੍ਹਾਂ ਨੇ। ਅਸਲੀ ਤਾਰੇ ਸਾਡੇ ਸੂਰਜ ਦੀ ਤਰ੍ਹਾਂ ਨੇ। ਠੀਕ ਹੈ ਬਈ, they shine of themselves because they are very hot and burning। ਠੀਕ ਹੈ ਵੀ, ਉਹ ਆਪ ਚਮਕਦੇ ਹੈ ਕਿਉਂਕਿ ਬਹੁਤ ਗਰਮ ਨੇ ਅਤੇ ਜਲ ਰਹੇ ਨੇ। ਠੀਕ ਹੈ ਬਈ, they shine themselves ਮਤਲਬ ਆਪਦੇ ਆਪ ਚਮਕਦੇ ਹੈ। ਠੀਕ ਹੈ, ਕਿਉਂਕਿ ਉਹ ਕੀ ਨੇ ਬਈ, ਬਹੁਤ ਜ਼ਿਆਦਾ ਗਰਮ ਨੇ ਤੇ ਜਲ ਰਹੇ ਨੇ। ਠੀਕ ਹੈ, ਇਨ ਰੀਅਲਟੀ ਆਵਰ ਸਨ ਇਟ ਸੈਲਫ ਅ ਸਟਾਰ। ਠੀਕ ਹੈ, ਕੀ ਕਹਿੰਦਾ ਵੀ, ਅਸਲ ਵਿੱਚ ਜਿਹੜਾ ਸਾਡਾ ਸੂਰਜ ਹੈ ਉਹ ਇੱਕ ਤਾਰਾ ਹੈ। ਓਨਲੀ ਇਟ ਲੁਕਸ ਬਿਗਰ ਐਜ਼ ਇਟ ਇਜ਼ ਨੀਅਰਰ ਐਂਡ ਵੀ ਸੀ ਇਟ ਐਜ਼ ਅ ਗ੍ਰੇਟ ਬਾਲ ਆਫ ਫਾਇਰ। ਕੀ ਕਹਿੰਦਾ ਵੀ, ਇਹ ਸਿਰਫ ਇਹਦੇ ਕਰਕੇ ਵੱਡਾ ਲੱਗਦਾ ਹੈ ਜਿਹੜਾ ਸੂਰਜ ਹੈ ਕਿਉਂਕਿ ਇਹ ਨੇੜੇ ਹੈ ਅਤੇ ਅਸੀਂ ਇਹਨੂੰ ਕੀ ਕਹਿੰਦੇ ਆ, ਅੱਗ ਦੇ ਗੋਲੇ ਦੀ ਤਰ੍ਹਾਂ ਦੇਖਦੇ ਹਾਂ ਵੀ ਅੱਗ ਦਾ ਗੋਲਾ ਹੈ ਇਹ। ਠੀਕ ਹੈ ਵੀ, ਗ੍ਰੇਟ ਬਾਲ ਆਫ ਫਾਇਰ। ਠੀਕ ਹੈ ਬੇਟਾ, ਅੱਗੇ ਦੇਖੋ। ਹਾਂਜੀ, ਸੋ that our earth belongs to the family of the sun, the solar system। ਇਸ ਲਈ ਸਾਡੀ ਪ੍ਰਿਥਵੀ ਸੂਰਜ ਦੇ ਪਰਿਵਾਰ ਨਾਲ ਸੰਬੰਧਿਤ ਹੈ, ਸੌਰ ਮੰਡਲ ਨਾਲ। ਸੋਲਰ ਸਿਸਟਮ ਸੌਰ ਮੰਡਲ ਨਾਲ। we think the earth is very big and it is big compared to our tiny selves। ਠੀਕ ਹੈ ਬਈ, ਅਸੀਂ ਸੋਚਦੇ ਹਾਂ ਵੀ ਸਾਡੀ ਪ੍ਰਿਥਵੀ ਬਹੁਤ ਵੱਡੀ ਹੈ ਅਤੇ
ਇਹ ਸਾਡੇ ਨਿੱਕੇ ਜਿਹੇ ਸਰੀਰ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਵੱਡੀ ਹੈ। ਠੀਕ ਹੈ, ਵੈਰੀ ਬਿਗ ਕੰਪੇਅਰ ਟੂ ਆਵਰ ਟੈਨੀ ਸੈਲਬਸ, ਮਤਲਬ ਸਾਡੀ ਟੈਨੀ ਸੈਲਬਸ ਮਤਲਬ ਸਾਡੇ ਸਰੀਰ ਦੀ ਤੁਲਨਾ ਦੇ ਵਿੱਚ। ਇਟ ਟੇਕਸ ਵੀਕਸ ਐਂਡ ਮੰਥਸ ਟੂ ਗੋ ਫਰੋਮ ਵਨ ਪਾਰਟ of it to another, even in a fast train or steamer। ਠੀਕ ਹੈ ਵੀ, ਕੀ ਕਹਿੰਦਾ, ਕਿਸੇ ਤੇਜ਼ ਚੱਲਣ ਵਾਲੀ ਗੱਡੀ ਜਾਂ ਸਟੀਮਰ ਵਿੱਚ ਜੇਕਰ ਅਸੀਂ ਇਹਦੇ ਨਿੱਕੇ ਜਿਹੇ ਹਿੱਸੇ ਤੋਂ ਦੂਜੇ ਹਿੱਸੇ ਤੱਕ ਜਾਈਏ ਤਾਂ ਕੀ ਹੁੰਦਾ, ਕਈ ਹਫ਼ਤੇ ਤੇ ਮਹੀਨੇ ਲੱਗ ਜਾਂਦੇ ਆ। ਠੀਕ ਹੈ ਬਈ, ਇਟ ਟੇਕਸ ਵੀਕਸ ਐਂਡ ਮੰਥਸ ਫਰੋਮ ਵਨ ਪਾਰਟ ਟੂ ਅਨਦਰ, ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਜਾਈਏ ਸਟੀਮਰ 'ਤੇ ਜਾਂ ਟ੍ਰੇਨ 'ਤੇ ਤਾਂ ਬਹੁਤ ਟਾਈਮ ਲੱਗਦਾ ਹੈ। ਵਟ although it seems so big to us, it is just like a speck of dust hanging in the air। ठीक है भी, चाहे बहुत ਵੱਡੀ ਲੱਗਦੀ ਹੈ, although it seems so big, ਬਹੁਤ ਵੱਡੀ ਲੱਗਦੀ ਹੈ, ਪਰ ਸਪੈਕ ਦਾ ਮਤਲਬ ਹੁੰਦਾ ਬਈ ਧੂੜ ਦਾ ਕਣ, ਇੱਕ ਧੂੜ ਦਾ ਕਣ ਜਿਹੜਾ ਉੱਡਿਆ ਫਿਰਦਾ ਇਹਦੇ ਵਿੱਚ, ਹਵਾ ਦੇ ਵਿੱਚ। ਠੀਕ ਹੈ, ਪਰ ਇਹ ਧੂੜ ਦੇ ਕਣ ਦੇ ਬਿੰਦੂ ਦੀ ਤਰ੍ਹਾਂ ਹੈ ਸਾਡੀ ਪ੍ਰਿਥਵੀ ਹੈ ਜਿਹੜੀ, ਜਿਹੜਾ ਕਿ ਹਵਾ ਵਿੱਚ ਲਟਕ ਰਿਹਾ ਹੈ। ਜਿਹੜਾ ਹਵਾ ਵਿੱਚ ਲਟਕ ਰਿਹਾ ਹੁੰਦਾ ਹੈ, ਉਹ ਵੀ ਜਿਹੜੀ ਧਰਤੀ ਹੈ ਉਹ ਲਟਕ ਰਹੀ ਹੈ। ਠੀਕ ਹੈ, the sun is million of miles away and the other stars are even further away। ਠੀਕ ਹੈ, ਜਿਹੜਾ ਕਹਿੰਦਾ ਸੂਰਜ ਕਈ ਲੱਖਾਂ ਮੀਲ ਦੂਰ ਹੈ ਧਰਤੀ ਤੋਂ, ਤੇ ਦੂਜੇ ਤਾਰੇ ਇਹ ਤੋਂ ਵੀ ਦੂਰ ਨੇ, ਫਰਦਰ ਅਵੇ, ਈਵਨ ਫਰਦਰ ਅਵੇ, ਉਦੋਂ ਵੀ ਦੂਰ ਨੇ। ਠੀਕ ਹੈ, ਹਾਂਜੀ ਅੱਗੇ ਦੇਖੋ ਬੇਟਾ।